Dear students, welcome back to my channel. Our today's topic is acculturation. ਇਹਦੇ ਵਿੱਚ ਅਸੀਂ ਇਹਦਾ ਮੀਨਿੰਗ ਤੇ ਡੈਫੀਨੇਸ਼ਨਸ, ਇੰਪੋਰਟੈਂਸ ਤੇ ਜਿਹੜਾ ਪ੍ਰੋਸੈਸ ਹੈ ਉਹ ਕਲੀਅਰ ਕਰਾਂਗੇ। ਇਹਦੇ ਨਾਲ ਤੁਹਾਡਾ ਜਿਹੜਾ acculturation ਵਾਲਾ ਟੌਪਿਕ ਹੈ ਉਹ ਬਿਲਕੁਲ ਕੰਪਲੀਟ ਹੋ ਜਾਏਗਾ। ਪੰਜਾਬੀ ਦੇ ਵਿੱਚ ਹੈ ਸੰਸਕ੍ਰਿਤੀ ਗ੍ਰਹਿਣਤਾ। ਸਭ ਤੋਂ ਪਹਿਲਾਂ ਜਿਹੜਾ ਇਹਦਾ ਮੀਨਿੰਗ ਹੈ ਇਹਦੇ ਵਿੱਚ ਸਮਾਜ ਦੇ ਮੈਂਬਰਾਂ ਨੂੰ ਸੱਭਿਆਚਾਰ ਵਿੱਚ ਨਿਰੰਤਰ ਤਬਦੀਲੀਆਂ ਦੇ ਅਨੁਕੂਲ ਹੋਣ ਬਾਰੇ ਸਿੱਖਣਾ ਚਾਹੀਦਾ ਹੈ। ਮੀਨਸ ਜਿਹੜੀਆਂ ਚੇਂਜਸ ਕਲਚਰ ਦੇ ਵਿੱਚ ਕੰਟੀਨਿਊਟੀ ਦੇ ਵਿੱਚ ਆ ਰਹੀਆਂ ਨੇ ਉਹਨਾਂ ਦੇ ਅਨੁਕੂਲ ਹੋਣ ਬਾਰੇ ਮੀਨਸ ਉਹਨਾਂ ਨਾਲ ਐਡਜਸਟ ਹੋਣ ਬਾਰੇ ਸਿੱਖਣਾ ਚਾਹੀਦਾ ਹੈ। ਉਹ ਪ੍ਰਕਿਰਿਆ ਜਿਸ ਦੁਆਰਾ ਵਿਅਕਤੀ ਨਵੇਂ ਜਾਂ ਉੱਭਰ ਰਹੇ ਰੀਤੀ ਰਿਵਾਜਾਂ ਅਤੇ ਕਦਰਾਂ ਕੀਮਤਾਂ ਨੂੰ ਸਿੱਖਦੇ ਹਨ ਨੂੰ ਪੂਰਨਤਾ ਕਿਹਾ ਜਾਂਦਾ ਹੈ। ਪੂਰਨਤਾ ਮੀਨਸ ਐਕਲਚਰੇਸ਼ਨ। ਜਿਹੜੇ ਨਵੇਂ ਉੱਭਰ ਰਹੇ ਰੀਤੀ ਰਿਵਾਜ ਨੇ ਅਤੇ ਸਾਡੀਆਂ ਵੈਲਿਊਜ਼ ਨੇ, ਕਦਰਾਂ ਕੀਮਤਾਂ ਨੇ, ਉਹ ਕੀ ਨੇ? ਐਕਲਚਰੇਸ਼ਨ। ਸਿੰਪਲ ਵਰਡਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸੰਪੂਰਨਤਾ ਉਹ ਪ੍ਰਕਿਰਿਆ ਹੈ ਜਿਸ ਵਿੱਚ ਨਸਲੀ ਅਤੇ ਜਾਤੀ ਘੱਟ ਗਿਣਤੀਆਂ ਰੋਜ਼ਾਨਾ ਸਮਾਜਿਕ ਜੀਵਨ ਵਿੱਚ ਸ਼ਾਮਿਲ ਹੁੰਦੀਆਂ ਹਨ। ਇਕੱਤਰਤਾ ਜਿਹੜਾ ਵਰਡ ਹੈ ਉਹ ਵੀ ਐਕਲਚਰੇਸ਼ਨ ਦੇ ਲਈ ਹੀ ਯੂਜ਼ ਕੀਤਾ ਗਿਆ ਹੈ। ਇਕੱਤਰਤਾ ਨੂੰ ਅਕਸਰ ਮਨੋਵਿਗਿਆਨਿਕ ਤਬਦੀਲੀਆਂ ਦੀ ਸ਼੍ਰੇਣੀ ਵਜੋਂ ਵੀ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਉਦੋਂ ਹੁੰਦਾ ਹੈ ਜਦੋਂ ਘੱਟ ਗਿਣਤੀ ਸਮੂਹ ਦੇ ਮੈਂਬਰ ਮੁੱਖ ਧਾਰਾ ਵਾਲੇ ਸਮੂਹ ਅਪਣਾਉਂਦੇ ਹਨ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰਾਪਤੀ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਸੱਭਿਆਚਾਰ ਦੇ ਲੋਕ ਦੂਸਰੇ ਸੱਭਿਆਚਾਰ ਨੂੰ ਅਪਣਾਉਂਦੇ ਹਨ ਜੋ ਅਸਲ ਵਿੱਚ ਉਹਨਾਂ ਦਾ ਆਪਣਾ ਨਹੀਂ ਹੁੰਦਾ। ਇਸ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਅਕਤੀ ਦਾ ਅਸਲ ਸੱਭਿਆਚਾਰ ਦੂਜਿਆਂ ਦੇ ਸੱਭਿਆਚਾਰ ਨੂੰ ਅਪਣਾਉਣ ਕਾਰਨ ਬਦਲਦਾ ਹੈ। ਹੁਣ ਜਿਹਦੇ 'ਚ ਅਸੀਂ ਸਿੰਪਲ ਐਗਜ਼ਾਮਪਲ ਦੀ ਗੱਲ ਕਰੀਏ, ਜਿਵੇਂ ਆਪਣੇ ਪੰਜਾਬ ਦੇ ਲੋਕ ਨੇ ਜਾਂ ਇੰਡੀਆ ਦੇ ਲੋਕ ਨੇ ਜਦੋਂ ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਨੇ ਤਾਂ ਜਿਹੜਾ ਉੱਥੋਂ ਦੀ ਸੰਸਕ੍ਰਿਤੀ ਹੈ ਉਹਨੂੰ ਵੀ ਗ੍ਰਹਿਣ ਕਰਦੇ ਨੇ। ਇਹਨੂੰ ਕਹਿੰਦੇ ਨੇ ਐਕਲਚਰੇਸ਼ਨ। ਮੀਨਸ ਆਪਣਾ ਤਾਂ ਕਲਚਰ ਉਹਨਾਂ ਕੋਲ ਹੁੰਦਾ ਹੀ ਹੁੰਦਾ, ਆਪਣੀ ਸੰਸਕ੍ਰਿਤੀ, ਬਟ ਜਦੋਂ ਕਿਸੇ ਦੂਸਰੇ ਕਲਚਰ ਨੂੰ ਅਡੋਪਟ ਕਰਦੇ ਨੇ, ਉੱਥੋਂ ਦੀ ਕੋਈ ਰੀਤੀ ਰਿਵਾਜ, ਕੋਈ ਰਹਿਣ ਸਹਿਣ ਦੇ ਢੰਗ, ਤਾਂ ਉਹ ਸਾਰਾ ਕੀ ਆ ਜਾਂਦਾ ਹੈ? ਐਕਲਚਰੇਸ਼ਨ। ਹੁਣ ਅਸੀਂ ਕਰਾਂਗੇ ਇਹਦੀਆਂ ਕੁਛ ਡੈਫੀਨੇਸ਼ਨਸ। ਅਕੋਰਡਿੰਗ ਟੂ ਰੈਡਫੀਲਡ, ਉਹਨਾਂ ਸਮੂਹਿਕ ਵਰਤਾਰੇ ਦੀ ਸਮਝ ਜਿਨ੍ਹਾਂ ਦੇ ਨਤੀਜੇ ਵਜੋਂ ਜਦੋਂ ਵਿਅਕਤੀਆਂ ਦੇ ਸਮੂਹ ਵੱਖ-ਵੱਖ ਸੱਭਿਆਚਾਰਾਂ ਨੂੰ ਸਾਂਝਾ ਕਰਦੇ ਹੋਏ ਨਿਰੰਤਰ ਪਹਿਲੇ ਸੰਪਰਕ ਵਿੱਚ ਆਉਂਦੇ ਹਨ, ਦੋਵਾਂ ਜਾਂ ਦੋਵੇਂ ਸਮੂਹਾਂ ਦੇ ਮੂਲ ਸੱਭਿਆਚਾਰ ਦੇ ਨਮੂਨੇ ਵਿੱਚ ਤਬਦੀਲ ਹੁੰਦੀਆਂ ਹਨ। ਇੰਗਲਿਸ਼ ਦੇ ਵਿੱਚ a comprehension of those phenomena which result when groups of individuals sharing different cultures come into continuous first-hand contact with subsequent change in the original culture patterns of either or both groups. Second definition ਹੈ ਮਾਰਡਨ ਐਂਡ ਮੇਅਰ ਦੇ ਅਕੋਰਡਿੰਗ, ਉਹਨਾਂ ਵਿਅਕਤੀਆਂ ਵਿੱਚ ਤਬਦੀਲੀਆਂ ਜਿਨ੍ਹਾਂ ਦੀ ਮੁੱਢਲੀ ਸਿਖਲਾਈ ਇੱਕ ਸੱਭਿਆਚਾਰ ਵਿੱਚ ਹੋਈ ਹੈ ਅਤੇ ਜੋ ਕਿਸੇ ਹੋਰ ਸੱਭਿਆਚਾਰ ਦੇ ਗੁਣਾਂ ਨੂੰ ਕਬੂਲਦੇ ਹਨ। ਮੀਨਸ ਇੱਕ ਕਲਚਰ ਬਾਰੇ ਤਾਂ ਜਿਹੜੀ ਨੌਲੇਜ ਹੁੰਦੀ ਹੈ, ਠੀਕ ਹੈ ਜੀ, ਉਹਦੇ ਸਾਰੇ ਜਿਹੜੇ ਗੁਣ ਨੇ ਉਸ ਵਿਅਕਤੀ ਦੇ ਵਿੱਚ ਹੁੰਦੇ ਨੇ, ਬਟ ਉਹ ਕਿਸੇ ਹੋਰ ਸੱਭਿਆਚਾਰ ਤੋਂ ਜਿਹੜੇ ਗੁਣ ਨੇ ਉਹ ਵੀ ਕਬੂਲਦੇ ਨੇ। ਇਹਨੂੰ ਕੀ ਕਹਿੰਦੇ ਨੇ? ਐਕਲਚਰੇਸ਼ਨ। ਐਕਲਚਰੇਸ਼ਨ ਐਜ਼ ਦ ਚੇਂਜਸ ਆਫ ਇੰਡੀਵਿਜੂਅਲਸ whose primary learning has been in one culture and who takes over traits from another culture. Next definition is according to Cook and Cook. ਇਕੱਲਾਪਣ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਨੌਜਵਾਨ ਆਪਣੇ ਸਮੇਂ ਅਤੇ ਸਥਾਨ ਦੀ ਸੰਸਕ੍ਰਿਤੀ ਨੂੰ ਅੰਦਰੂਨੀ ਸ਼ਕਤੀ ਪ੍ਰਦਾਨ ਕਰਦਾ ਹੈ, ਸ਼ਖਸੀਅਤ ਦੇ ਸਮਾਜਿਕ ਪਹਿਲੂਆਂ ਦਾ ਨਿਰਮਾਣ ਕਰਦਾ ਹੈ ਅਤੇ ਇਸ ਤਰ੍ਹਾਂ ਸਮਾਜ ਦਾ ਸਵੀਕਾਰਯੋਗ ਵਿਅਕਤੀ ਬਣ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਐਕਲਚਰੇਸ਼ਨ ਇਜ਼ ਦਾ ਪ੍ਰੋਸੈਸ ਬਾਈ ਵਿਚ the young internalize the culture of their time and place, build the social aspects of personality and thus become acceptable persons of the society. ਇਹ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਕਿਸੇ ਦੂਜੇ ਸਮੂਹ ਦੀ ਸੱਭਿਆਚਾਰਕ ਧਾਰਾ ਜਾਂ ਸਮਾਜਿਕ ਨਮੂਨਿਆਂ ਨੂੰ ਅਪਣਾਇਆ ਜਾਂਦਾ ਹੈ। ਸੰਸਕ੍ਰਿਤੀਕਰਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਹੜੀ ਕਿ ਦੋ ਜਾਂ ਵਧੇਰੇ ਸੱਭਿਆਚਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਕਲਾ,
ਰੀਤੀ ਰਿਵਾਜਾਂ ਅਤੇ ਵਿਸ਼ਵਾਸਾਂ ਵਿੱਚ ਤਬਦੀਲੀ ਨਾਲ ਸੰਬੰਧ ਰੱਖਦੀ ਹੈ। ਇਹ ਸੀ ਇਹਦਾ ਐਕਲਚਰੇਸ਼ਨ ਦਾ ਮੀਨਿੰਗ ਤੇ ਡੈਫੀਨੇਸ਼ਨਸ। ਹੁਣ ਅਸੀਂ ਕਰਾਂਗੇ ਸੰਸਕ੍ਰਿਤੀ ਗ੍ਰਹਿਣਤਾ ਦੀ ਮਹੱਤਤਾ, ਇੰਪੋਰਟੈਂਸ ਆਫ ਐਕਲਚਰੇਸ਼ਨ। ਸੰਸਕ੍ਰਿਤੀ ਗ੍ਰਹਿਣਤਾ ਉਹ ਪ੍ਰਕਿਰਿਆ ਹੈ ਜਦੋਂ ਵੱਖ-ਵੱਖ ਸੱਭਿਆਚਾਰਾਂ ਦੇ ਜਿਹੜੇ ਵਿਅਕਤੀ ਨੇ ਜਾਂ ਸਮੂਹ ਨੇ ਉਹ ਆਪਸ ਦੇ ਵਿੱਚ ਮਿਲਦੇ ਨੇ। ਉਹ ਇੱਕ ਦੂਸਰੇ ਦੀ ਸੰਸਕ੍ਰਿਤੀ ਮੀਨਜ਼ ਜਾਂ ਕਲਚਰ ਦੇ ਪਹਿਲੂਆਂ ਨੂੰ ਸਮਝਦੇ ਨੇ ਕਿ ਇਹਨਾਂ ਦਾ ਕਲਚਰ ਕਿਸ ਤਰ੍ਹਾਂ ਦਾ ਹੈ ਅਤੇ ਸਾਡਾ ਕਲਚਰ ਕਿਸ ਤਰ੍ਹਾਂ ਦਾ ਹੈ। ਸੱਭਿਆਚਾਰ ਦੇ ਪਹਿਲੂਆਂ ਨੂੰ ਸਮਝਦੇ ਨੇ ਮੀਨਜ਼ ਕਿ ਕਿਹੜੇ ਐਸਪੈਕਟ ਨੇ ਇਹਨਾਂ ਦੇ ਕਲਚਰ ਦੇ। ਸੱਭਿਆਚਾਰ ਦੇ ਜਿਹੜੇ ਪਹਿਲੂ ਨੇ ਉਹਨਾਂ ਦਾ ਆਦਾਨ ਪ੍ਰਦਾਨ ਕਰਦੇ ਨੇ, ਮੀਨਜ਼ ਜਿਵੇਂ ਜਿਹੜਾ ਕੁਝ ਕਲਚਰ ਦੇ ਵਿੱਚ ਹੁੰਦਾ ਉਹ ਐਕਸਚੇਂਜ ਕਰਦੇ ਨੇ, ਦੇਖਦੇ ਨੇ ਇੱਕ ਦੂਸਰੇ ਦੇ ਰੀਤੀ ਰਿਵਾਜਾਂ ਅਤੇ ਇੱਕ ਦੂਸਰੇ ਦੀਆਂ ਰਸਮਾਂ ਅਤੇ ਕਦਰਾਂ ਕੀਮਤਾਂ ਦੇ ਆਦਾਨ ਪ੍ਰਦਾਨ ਕਰਦੇ ਨੇ। ਆਵਾਜਾਈ ਦੇ ਸਾਧਨਾਂ ਦੇ ਵਧਣ ਦੇ ਨਾਲ, ਸੰਚਾਰ ਦੇ ਜਿਹੜੇ ਸਾਧਨਾਂ ਦਾ ਪ੍ਰਸਾਰ ਦੇ ਨਾਲ ਜਿਹੜੀ ਟੈਕਨੋਲੋਜੀ ਦੀ ਜ਼ਿਆਦਾ ਪ੍ਰੋਗਰੈਸ ਹੋਈ ਹੈ ਉਹਦੇ ਕਾਰਨ ਵਰਲਡ ਦੇ ਬਹੁਤ ਸਾਰੇ ਜਿਹੜੇ ਕਲਚਰ ਨੇ ਇੱਕ ਦੂਸਰੇ ਦੇ ਨੇੜੇ ਆ ਰਹੇ ਨੇ ਅਤੇ ਇਹਨਾਂ ਸਾਧਨਾਂ ਦੇ ਕਾਰਨ ਦੁਨੀਆ ਦੇ ਵੱਖ-ਵੱਖ ਸੱਭਿਆਚਾਰ ਇੱਕ ਦੂਸਰੇ ਦੇ ਨੇੜੇ ਆਉਣ ਦੇ ਨਾਲ ਕਲਚਰ ਨੂੰ ਵੀ ਸਮਝ ਰਹੇ ਨੇ ਅਤੇ ਜਿਹੜੀ ਐਕਲਚਰੇਸ਼ਨ ਆ ਉਹ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲਈ ਜਿਹੜੀ ਐਕਲਚਰੇਸ਼ਨ ਹੈ ਉਹਨੂੰ ਸਮਝਣਾ ਫਿਊਚਰ ਦੀ ਦੁਨੀਆ ਦੇ ਲਈ ਬਹੁਤ ਹੀ ਅਹਿਮ ਹੈ, ਕਿਉਂਕਿ ਜਿਹੜੇ ਲੋਕ ਨੇ ਇੱਕ ਦੂਸਰੇ ਦੇ ਨੇੜੇ ਆ ਰਹੇ ਨੇ, ਗਲੋਬਲਾਈਜੇਸ਼ਨ ਹੋ ਰਹੀ ਹੈ, ਇਸ ਕਰਕੇ ਇਸ ਪ੍ਰੋਸੈਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜਿਹੜਾ ਪ੍ਰੋਸੈਸ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਇਹਨੂੰ ਸਮਝਣਾ। ਹੁਣ ਅਸੀਂ ਗੱਲ ਕਰਾਂਗੇ ਸੰਸਕ੍ਰਿਤੀ ਗ੍ਰਹਿਣਤਾ ਦੀ ਪ੍ਰਕਿਰਿਆ, ਪ੍ਰੋਸੈਸ ਆਫ ਐਕਲਚਰੇਸ਼ਨ। ਇਸ ਸਥਾਨ ਦੇ ਤਹਿਤ ਕੁਝ ਜਿਹੜੇ ਵੱਖ-ਵੱਖ ਵਿਸ਼ੇ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਦੇ ਤਹਿਤ ਜਿਹੜੇ ਵਿਸ਼ੇ ਸ਼ਾਮਿਲ ਨੇ ਇਹਦੇ ਵਿੱਚ 4 ਗੱਲਾਂ ਆਉਂਦੀਆਂ ਮੇਨ। ਸਭ ਤੋਂ ਪਹਿਲਾਂ ਹੈ ਲੈਂਗੁਏਜ। ਲੈਂਗੁਏਜ ਦੇ ਨਾਲ ਹੈ ਸ਼ਾਮਿਲ ਹੋਣਾ। ਜਿਹੜੇ ਪ੍ਰੋਸੈਸ ਦੇ ਵਿੱਚ 4 ਗੱਲਾਂ ਸ਼ਾਮਿਲ ਨੇ, ਪਹਿਲਾ ਲੈਂਗੁਏਜ, ਦੂਸਰਾ ਹੈ ਇਮਰਜ਼ਨ ਮੀਨਜ਼ ਸ਼ਾਮਿਲ ਹੋਣਾ, ਤੀਸਰਾ ਹੈ ਅਸੈਮੀਲੇਸ਼ਨ ਜਜ਼ਬ ਹੋਣਾ, ਚੌਥਾ ਹੈ ਇੰਟੈਗ੍ਰੇਸ਼ਨ ਏਕੀਕਰਨ। ਹੁਣ ਅਸੀਂ ਇਹ ਜਿਹੜੇ ਚਾਰੋਂ ਇਹਦੇ ਵਿੱਚ ਪ੍ਰੋਸੈਸ ਦੇ ਵਿੱਚ ਪੁਆਇੰਟਸ ਆਉਂਦੇ ਨੇ ਇਹਨਾਂ ਬਾਰੇ ਡਿਟੇਲ 'ਚ ਪੜ੍ਹਾਂਗੇ ਤਾਂ ਕਿ ਤੁਹਾਨੂੰ ਪੂਰਾ ਜਿਹੜਾ ਪ੍ਰੋਸੈਸ ਹੈ ਉਹ ਸਹੀ ਤਰੀਕੇ ਨਾਲ ਸਮਝ ਆ ਜਾਏ। ਸਭ ਤੋਂ ਪਹਿਲਾਂ ਹੈ ਭਾਸ਼ਾ, ਲੈਂਗੁਏਜ। ਭਾਸ਼ਾ ਇਸ ਪ੍ਰੋਸੈਸ ਦਾ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੈ। ਭਾਸ਼ਾ ਨੂੰ ਇਸ ਪ੍ਰਕਿਰਿਆ ਦਾ ਸਭ ਤੋਂ ਜਿਹੜਾ ਮੇਨ ਪਹਿਲੂ ਹੈ, ਮੇਨ ਆਸਪੈਕਟ ਆ ਉਹ ਮੰਨਿਆ ਜਾਂਦਾ ਹੈ। ਕਿਸੇ ਵੀ ਦੇਸ਼ ਵਿੱਚ ਵਸਣ ਦੇ ਲਈ ਉੱਥੋਂ ਦੀ ਜਿਹੜੀ ਭਾਸ਼ਾ ਹੈ ਜੋ ਉਸ ਦੇਸ਼ ਦੇ ਵਿੱਚ ਬੋਲੀ ਜਾਂਦੀ ਹੈ ਉਹਨੂੰ ਸਿੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਹੁਣ ਐਗਜ਼ਾਮਪਲ ਦੇ ਤੌਰ 'ਤੇ ਜੇਕਰ ਕੋਈ ਵੀ ਭਾਰਤੀ ਅਮਰੀਕਾ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਜੋ ਅਮਰੀਕਾ ਦਾ ਕਲਚਰ ਹੈ ਉੱਥੇ ਵਿੱਚ ਆਰਾਮ ਦੇ ਨਾਲ ਰਹਿਣ ਦੇ ਲਈ ਜਿਹੜੀ ਇੰਗਲਿਸ਼ ਲੈਂਗੁਏਜ ਹੈ ਉਹ ਸਿੱਖਣੀ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਕੀ ਹੋਏਗਾ, ਉਹ ਉੱਥੋਂ ਦਾ ਜਿਹੜਾ ਕਲਚਰ ਹੈ ਉਹਨੂੰ ਸਹੀ ਤਰੀਕੇ ਨਾਲ ਸਮਝ ਪਾਏਗਾ ਕਿ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਕੀ ਹੈ, ਕਿਸ ਤਰ੍ਹਾਂ ਦੇ ਕੰਮ ਧੰਦੇ ਨੇ, ਕਿਸ ਤਰ੍ਹਾਂ ਲੋਕ ਇੱਕ ਦੂਸਰੇ ਨੂੰ ਡੀਲ ਕਰਦੇ ਨੇ, ਕਿਸ ਤਰ੍ਹਾਂ ਦੇ ਉਹਨਾਂ ਦੇ ਰੀਤੀ ਰਿਵਾਜ ਨੇ। ਇਸ ਕਰਕੇ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਜਾਣਾ ਹੈ, ਭਾਵੇਂ ਅਸੀਂ ਜੇਕਰ ਇੰਡੀਆ ਦੀ ਗੱਲ ਕਰੀਏ, ਅਸੀਂ ਕਿਸੇ ਦੂਸਰੀ ਸਟੇਟ ਦੇ ਵਿੱਚ ਜਾਣਾ ਹੈ, ਜੇਕਰ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਬਟ ਸਾਨੂੰ ਹਿੰਦੀ ਪ੍ਰੋਪਰ ਨਹੀਂ ਆਉਂਦੀ ਤਾਂ ਅਸੀਂ ਦੂਸਰੀ ਸਟੇਟ ਨੂੰ ਸਮਝਣ ਵਾਸਤੇ ਜਿਹੜੀ ਹਿੰਦੀ ਲੈਂਗੁਏਜ ਹੈ ਉਹ ਸਾਨੂੰ ਸਹੀ ਤਰੀਕੇ ਨਾਲ ਆਉਂਦੀ ਹੋਣੀ ਜ਼ਰੂਰੀ ਹੈ। ਸੈਕਿੰਡ ਹੈ ਇਮਰਜ਼ਨ, ਸ਼ਾਮਿਲ ਹੋਣਾ। ਨਵੇਂ ਸੱਭਿਆਚਾਰ ਵਿੱਚ ਸ਼ਾਮਿਲ ਹੋਣਾ ਮੀਨਜ਼ ਆਪਣੇ ਦੇਸ਼ ਤੋਂ ਬਾਹਰ ਜਾ ਕੇ ਦੂਸਰੇ ਦੇਸ਼ ਦੇ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੋ ਜਾਣਾ, ਉਹਦੇ ਵਿੱਚ ਰਲ ਜਾਣਾ। ਉਸ ਨੂੰ ਨਵੇਂ ਦੇਸ਼ ਦੇ ਜਿਹੜੇ ਰੀਤੀ ਰਿਵਾਜ ਨੇ, ਰਹਿਣ ਸਹਿਣ ਦੇ ਢੰਗ ਨੇ, ਉੱਥੋਂ ਦੀ ਲੈਂਗੁਏਜ ਹੈ, ਉੱਥੋਂ ਦੇ ਜਿਹੜੇ ਟਰੈਡੀਸ਼ਨਸ ਨੇ, ਬਿਹੇਵੀਅਰ ਹੈ, ਇਹਨਾਂ ਸਾਰੀ ਚੀਜ਼ਾਂ ਨੂੰ ਸਮਝਣ ਦੀ ਲੋੜ ਪੈਂਦੀ ਹੈ। ਭਾਵੇਂ ਇਸ ਦੇਸ਼ ਦੇ ਵਿੱਚ ਸਭ ਦੇ ਇਹਨਾਂ ਚੀਜ਼ਾਂ ਦੌਰਾਨ ਕੋਈ ਜਿਹੜੀਆਂ ਚੁਣੌਤੀ ਨੇ ਮੀਨਜ਼ ਚੈਲੰਜ ਵੀ ਸਾਹਮਣੇ ਆ ਸਕਦੇ ਨੇ, ਕੁਛ ਅਸੀਂ ਸਟਰੈਸ ਵੀ ਫੀਲ ਕਰ ਸਕਦੇ ਹਾਂ, ਤਣਾਅ ਮਹਿਸੂਸ ਕਰ ਸਕਦੇ ਹਾਂ, ਬਟ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਆਪਣੇ ਸੱਭਿਆਚਾਰ ਦੇ ਵਿੱਚ ਰਹਿਣਾ, ਵੱਡੇ ਹੋਣਾ ਮੀਨਜ਼ ਅਤੇ ਜਿਉਣਾ ਆਸਾਨ ਹੈ, ਬਟ ਆਪਣੇ ਸੱਭਿਆਚਾਰ ਨੂੰ ਛੱਡ ਕੇ ਦੂਸਰੇ ਸੱਭਿਆਚਾਰ ਦੇ ਵਿੱਚ ਜਿਹੜੀ ਉੱਥੋਂ ਦੀ ਨਵੀਂ ਭਾਸ਼ਾ ਹੈ, ਕੋਈ ਉੱਥੋਂ ਦੇ ਅਸੀਂ ਤੌਰ ਤਰੀਕੇ ਸਿੱਖਣੇ ਨੇ, ਬਿਹੇਵੀਅਰ ਸਿੱਖਣਾ ਹੈ, ਸਾਨੂੰ ਉਹਨਾਂ ਦੇ ਟਰੈਡੀਸ਼ਨਸ ਨੇ, ਰੀਤੀ ਰਿਵਾਜ ਨੇ, ਜੋ ਵੀ ਉਹਨਾਂ ਦਾ ਰਹਿਣ ਸਹਿਣ ਦਾ ਢੰਗ ਹੈ, ਠੀਕ ਹੈ ਜੀ, ਉਹਦੇ ਬਾਰੇ ਜਾਣਨਾ ਬਹੁਤ ਹੀ ਚੁਣੌਤੀ ਭਰਿਆ ਕੰਮ ਹੁੰਦਾ ਹੈ, ਕਿਉਂਕਿ ਅਸੀਂ ਕਈ ਵਾਰ ਝਿਜਕ ਵੀ ਮਹਿਸੂਸ ਕਰਦੇ ਹਾਂ, ਟਾਈਮ ਵੀ ਵੇਸਟ ਹੁੰਦਾ ਹੈ। ਹੁਣ ਸਪੋਜ਼ ਕਰੋ ਸਾਨੂੰ ਜਿਹੜੀ ਲੈਂਗੁਏਜ ਆ ਉਹ ਸਮਝ ਨਹੀਂ ਆ ਰਹੀ ਤਾਂ ਅਸੀਂ ਉੱਥੋਂ ਦਾ ਜਿਹੜਾ ਕਲਚਰ ਹੈ, ਬਿਹੇਵੀਅਰ ਹੈ, ਅਸੀਂ ਉਹਨੂੰ ਕਿਸ ਤਰੀਕੇ ਨਾਲ ਸਮਝਾਂਗੇ, ਤਾਂ ਇਹ ਵੀ ਇੱਕ ਵੱਡਾ ਚੈਲੰਜ ਸਾਹਮਣੇ ਆ ਸਕਦਾ ਹੈ।
ਹੁਣ ਕਈ ਵਾਰ ਜਿਹੜੀ ਕੋਈ ਨਵੀਂ ਭਾਸ਼ਾ ਦੀ ਜਗ੍ਹਾ ਕੁਝ ਜਿਹੜੇ ਖਾਸ ਸ਼ਬਦਾਂ ਨੂੰ ਸਿੱਖਣ ਦੇ ਲਈ ਜਿਹੜੀ ਉੱਥੋਂ ਦੀ ਲੋਕਲ ਲੈਂਗੁਏਜ ਹੁੰਦੀ ਹੈ ਉਹਨੂੰ ਸਿੱਖਣ ਦੀ ਵੀ ਲੋੜ ਪੈਂਦੀ ਹੈ। ਹੁਣ ਇਸ ਕਰਕੇ ਉਹਦੇ ਵਿੱਚ ਸ਼ਾਮਿਲ ਹੋਣਾ ਮੀਨਸ ਆਪਣਾ ਜਿਹੜਾ ਕਲਚਰ ਹੈ, ਆਪਣੇ ਦੇਸ਼ ਦਾ ਕਲਚਰ ਛੱਡ ਕੇ ਕਿਸੇ ਹੋਰ ਦੇਸ਼ ਦੇ ਕਲਚਰ ਦੇ ਵਿੱਚ ਸ਼ਾਮਿਲ ਹੋਣਾ, ਇਹਨੂੰ ਕਹਿੰਦੇ ਨੇ ਇਮਰਸਨ। ਨੈਕਸਟ ਥਰਡ ਹੈ ਐਸੈਮੀਲੇਸ਼ਨ, ਜਜ਼ਬ ਹੋਣਾ। ਨਵੇਂ ਸੱਭਿਆਚਾਰ ਬਾਰੇ ਸੂਚਨਾਵਾਂ ਜਾਂ ਜਾਣਕਾਰੀ ਪ੍ਰਾਪਤ ਕਰਨਾ ਅਤੇ ਨਵੇਂ ਸੱਭਿਆਚਾਰ ਦੇ ਨਾਲ ਮਿਲਾਪ ਕਰਨ ਦੇ ਲਈ ਆਪਣੇ ਆਪ ਨੂੰ ਉਸ ਸੱਭਿਆਚਾਰ ਦੇ ਵਿੱਚ ਢਾਲਣਾ ਹੁੰਦਾ ਹੈ। ਮੀਨਸ ਆਪਣੇ ਆਪ ਨੂੰ ਜਜ਼ਬ ਕਰਨਾ ਹੁੰਦਾ ਹੈ ਉਹਦੇ ਵਿੱਚ। ਇਸ ਦੇ ਤਹਿਤ ਕੋਈ ਵੀ ਉਹਨਾਂ ਦਾ ਜਿਹੜਾ ਪਹਿਰਾਵਾ ਹੋ ਗਿਆ, ਆਦਤਾਂ ਹੋ ਗਈਆਂ, ਜਿਵੇਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਭੋਜਨ ਤਿਆਰ ਕਰਨ ਦਾ ਜਿਹੜਾ ਢੰਗ ਤਰੀਕਾ ਉਹ ਵੀ ਅਲੱਗ-ਅਲੱਗ ਹੈ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਨੇ। ਹੁਣ ਇੱਕ ਵਿਅਕਤੀ ਜਿਹੜਾ ਨਵੇਂ ਸੱਭਿਆਚਾਰ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ਾਮਿਲ ਕਰ ਲੈਂਦਾ ਹੈ, ਪੂਰੀ ਤਰ੍ਹਾਂ ਉਹਦੇ ਵਿੱਚ ਰਲ ਜਾਂਦਾ ਹੈ, ਉਹ ਜਿਹੜੇ ਨਵੇਂ ਉੱਥੋਂ ਦੇ ਵਿਚਾਰ ਨੇ, ਉੱਥੋਂ ਦੇ ਸੱਭਿਆਚਾਰ ਦੀਆਂ ਆਦਤਾਂ ਨੇ ਅਤੇ ਵਿਸ਼ੇਸ਼ਤਾਵਾਂ ਨੇ, ਉਹਨਾਂ ਨੂੰ ਪੂਰੀ ਤਰ੍ਹਾਂ ਅਡੋਪਟ ਕਰ ਲੈਂਦਾ ਹੈ। ਮੀਨਸ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਜਜ਼ਬ ਕਰ ਲੈਂਦਾ ਹੈ, ਮਿਲਾ ਲੈਂਦਾ ਹੈ ਉਹਨਾਂ ਦੇ ਨਾਲ। ਉਸੇ ਤਰੀਕੇ ਦੀਆਂ ਜੋ ਉਹਨਾਂ ਦੀਆਂ ਆਦਤਾਂ ਨੇ, ਬਿਹੇਵੀਅਰ ਹੈ, ਜੋ ਉਹਨਾਂ ਦੇ ਖਾਣ ਪੀਣ ਦੇ ਢੰਗ ਨੇ, ਜੋ ਉਹਨਾਂ ਦਾ ਕਲਚਰ ਹੈ, ਉਹਦੇ ਅਕੋਰਡਿੰਗ ਹੀ ਉਹ ਚੱਲਣ ਲੱਗ ਪੈਂਦਾ ਹੈ। ਜਿਵੇਂ ਕਿ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ, ਜੋ ਆਪਣੇ ਦੇਸ਼ ਦੇ ਬੱਚੇ ਜਾਂ ਵੱਡੇ ਹੋਰ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਤਾਂ ਉਹ ਉੱਥੋਂ ਦੇ ਕਲਚਰ ਦੇ ਵਿੱਚ ਆਪਣੇ ਆਪ ਨੂੰ ਜਜ਼ਬ ਕਰਦੇ ਨੇ, ਫਿਰ ਉੱਥੇ ਜਿਹੜੀ ਸਹੀ ਉਹਨਾਂ ਦੀ ਐਡਜਸਟਮੈਂਟ ਹੈ ਉਹ ਹੋਣੀ ਪੋਸੀਬਲ ਹੁੰਦੀ ਹੈ। ਨੈਕਸਟ ਹੈ ਏਕੀਕਰਨ, ਇੰਟੈਗ੍ਰੇਸ਼ਨ। ਇਹਦੇ ਤਹਿਤ ਕੀ ਹੁੰਦਾ ਹੈ, ਸੁਸਾਇਟੀ ਦੇ ਵਿੱਚ ਇਕੁਅਲ ਸਮਝੇ ਜਾਣ ਵਾਲਾ ਜਿਹੜਾ ਉੱਥੋਂ ਦਾ ਮਾਹੌਲ ਹੁੰਦਾ ਹੈ ਉਹਦੇ ਵਿੱਚ ਸਮਾਜਿਕ ਰੂਪ ਨਾਲ ਭਾਗ ਲੈਣਾ ਸ਼ਾਮਿਲ ਹੈ। ਮੀਨਸ ਸੋਸ਼ਲੀ ਉਹਦੇ ਵਿੱਚ ਜਿਹੜੀ ਇਨਵੋਲਵਮੈਂਟ ਹੈ ਉਹ ਜ਼ਰੂਰੀ ਹੋ ਜਾਂਦੀ ਹੈ। ਇਸ ਜਿਹੜਾ ਪ੍ਰੋਸੈਸ ਹੈ ਇਹਦਾ ਲਾਸਟ ਸਟੈਪ ਹੈ। ਅਤੇ ਜਿਹੜਾ ਨਵਾਂ ਸੱਭਿਆਚਾਰ ਹੈ ਉਹਦੇ ਵਿੱਚ ਅਖੰਡ ਰੂਪ ਨਾਲ ਜੁੜਨ ਦੇ ਲਈ, ਅਖੰਡ ਰੂਪ ਨਾਲ ਜੁੜਨ ਦਾ ਮਤਲਬ ਕਿ ਉਹਦੇ ਤੋਂ ਬਿਲਕੁਲ ਨਾ ਟੁੱਟਣਾ, ਉਹਦੇ ਵਿੱਚ ਜਜ਼ਬ ਹੋਣਾ ਲਾਜ਼ਮੀ ਹੈ। ਮੀਨਸ ਉਹਦੇ ਨਾਲ ਏਕੀਕਰਨ ਕਰਨਾ, ਬਿਲਕੁਲ ਸਹੀ ਤਰੀਕੇ ਨਾਲ ਜੁੜਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜਿਵੇਂ ਕਿ ਅਸੀਂ ਹੁਣ ਫਿਰ ਉਹੀ ਐਗਜ਼ਾਮਪਲ ਲੈਂਦੇ, ਆਪਣੇ ਬੱਚੇ ਬਾਹਰ ਜਾਂਦੇ ਨੇ ਤਾਂ ਦੇਖੋ ਉਹਨਾਂ ਦਾ ਡਰੈਸਅਪ ਸੈਂਸ, ਰਹਿਣ ਸਹਿਣ ਦਾ ਸਟਾਈਲ, ਖਾਣ ਪੀਣ ਦਾ ਢੰਗ, ਸਾਰਾ ਕੁਛ ਜਿਹੜਾ ਉਹ ਚੇਂਜ ਹੋ ਜਾਂਦਾ। ਮੀਨਸ ਉਹ ਆਪਣੇ ਆਪ ਨੂੰ ਉੱਥੇ ਜਾ ਕੇ ਉੱਥੋਂ ਦੇ ਕਲਚਰ ਦੇ ਨਾਲ ਇੰਟੈਗ੍ਰੇਸ਼ਨ ਕਰ ਲੈਂਦੇ ਨੇ, ਏਕੀਕਰਨ ਕਰ ਲੈਂਦੇ ਨੇ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਜਿਹੜਾ ਇਹ ਐਕਲਚਰੇਸ਼ਨ ਵਾਲਾ ਟੌਪਿਕ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ। ਅਤੇ ਹੁਣ ਜਿਹੜਾ ਨੈਕਸਟ ਟੌਪਿਕ ਹੈ ਅਸੀਂ ਐਨਕਲਚਰੇਸ਼ਨ ਵਾਲਾ ਉਹ ਕਰਾਂਗੇ। ਥੈਂਕਸ ਫॉर ਵਾਚਿੰਗ।